ਪੀਵੀ ਟੂਡੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜ਼ਿਲ੍ਹਾ ਰੋਪੜ ਦੇ ਪਿੰਡ ਸੁੱਖੇ ਮਾਜਰਾ ਵਿਖੇ ਬਣੀ ਵਿਸ਼ਾਲ ਗਊਸ਼ਾਲਾ ਵਿੱਚ ਅਵਾਰਾ ਕੁੱਤਿਆਂ ਨੇ ਅੱਧਾ ਦਰਜਨ ਦੇ ਕਰੀਬ ਗਊਆਂ ਨੂੰ ਨੋਚ-ਨੋਚ ਕੇ ਖਾ ਲਿਆ, ਜਿਨ੍ਹਾਂ ਚੋਂ ਕਈ ਗਊਆਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹਨ। ਤੇ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਦੋਸ਼ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਉਹਨਾਂ ਦਾ ਭੋਰਾ ਵੀ ਸਹਿਯੋਗ ਨਹੀਂ ਕਰ ਰਹੀ। ਆਓ ਦੇਖਦੇ ਹਾਂ ਰੋਪੜ ਤੋਂ ਸਾਡੇ ਪੱਤਰਕਾਰ ਦਲਜੀਤ ਚਨੌਲੀ ਦੀ ਇਹ ਦੁਖਦਾਇਕ ਰਿਪੋਰਟ। ਖਾਦਾ ਨੋਚ ਨੋਚ ਕੇ ਉਹਨਾਂ ਦੀਆਂ ਅੱਖਾਂ, ਉਹਨਾਂ ਦੀਆਂ ਕੰਨ ਖਾਦੇ ਆ। ਤੁਸੀਂ ਫੋਟੋਆਂ ਵੀ ਦੇਖੀਆਂ ਹੋਣੀਆਂ, ਲਾਈਵ ਵੀ ਤੁਸੀਂ ਦੇਖਿਆ ਹੋਣਾ ਹੈਗਾ। ਅਸੀਂ ਹਰ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਰਹੇ। ਸਭ ਤੋਂ ਦੇਖੋ, ਅਸੀਂ ਜਿਹੜੇ ਇੱਥੇ ਵਰਕਰ ਰੱਖੇ ਹੋਏ ਆਪਣੀ ਸੰਸਥਾ ਦੇ ਥਰੂ, ਉਹਨਾਂ ਨੂੰ ਪਿਛਲੇ 3 ਸਾਲਾਂ ਦੇ ਵਿੱਚ ਸਿਰਫ ਇੱਕ 4 ਵਾਰੀ ਜਿਹੜੀ ਸੈਲਰੀ ਹੈਗੀ ਨਰੇਗਾ ਦੇ ਥਰੂ ਉਹਨਾਂ ਨੂੰ ਆਈ ਹੈ, ਉਹ ਵੀ ਮਸਟੋਲ ਦੇ ਥਰੂ। ਉਹਨੂੰ ਸੈਲਰੀ ਨਹੀਂ ਮਿਲ ਰਹੀ। ਹਾਂ, ਦੁੱਖ ਦੀ ਗੱਲ ਕੀ ਹੈਗੀ, ਅਸੀਂ ਜਿੰਨੀ ਵਾਰੀ ਵੀ ਪ੍ਰਸ਼ਾਸਨ ਨੂੰ ਜਾ ਕੇ ਇਹ ਗੱਲਾਂ ਦੱਸੀਆਂ ਹੈਗੀ ਕਿ ਇੱਥੇ ਆਹ ਪ੍ਰੋਬਲਮ ਹੈਗੀ, ਕਦੇ ਵੀ ਉਹਨੇ ਗੌਰ ਨਹੀਂ ਕੀਤਾ ਹੈ। ਅੱਜ ਜਿਹੜੀ ਭਾਰੀ ਤਾਦਾਦ ਦੇ ਵਿੱਚ ਸਾਰੇ ਸਮਾਜ ਸੇਵੀ ਬਜਾਰ ਸਾਹਿਬ ਵੀ ਹੈਗੇ ਆਪਣੇ ਨਾਲ ਖੜੇ ਨੇ, ਤੇ ਹੋਰ ਵੀ ਸਾਰੀਆਂ ਜਿਹੜੀਆਂ ਸੰਗਤਾਂ ਇੱਥੇ ਸੇਵਾ ਕਰਦੀਆਂ ਮਹਾਰਾਜ ਅਨਮੋਲਕ ਆਨੰਦ ਦੀ ਰਹਿਨੁਮਾਈ ਹੇਠ, ਉਹ ਵੀ ਸਾਰੀਆਂ ਪਹੁੰਚੀਆਂ ਹੋਈਆਂ। ਅੱਜ ਤਾਂ ਸਾਡੇ ਹੱਥ ਖੜੇ ਹੋ ਗਏ ਹੈ। ਅਸੀਂ ਹੁਣ ਇਹੀ ਕਹਿ ਸਕਦੇ ਹਾਂ ਕਿ ਇਹ ਗਊਸ਼ਾਲਾ ਨਹੀਂ, ਇੱਕ ਬੁੱਚੜਖਾਨਾ ਬਣ ਚੁੱਕਿਆ ਹੋਇਆ ਹੈ। ਇੱਥੋਂ ਦੇ ਜਿਹੜੇ ਭਈਆ ਉਸ ਟਾਈਮ ਦਾ ਨੰਬਰ 1 ਤਾਂ ਇਹਨਾਂ ਨੇ ਲੀਜ਼ ਸਾਨੂੰ ਪਤਾ ਦਿੱਤਾ ਹੀ ਨਹੀਂ ਹੈਗਾ। ਨੰਬਰ 1 ਤਾਂ ਲੀਜ਼ ਬਣਦੀ, ਨੰਬਰ 2 ਅਸੀਂ ਤਾਂ ਦਿੱਤੀ ਸੀ ਗਊਆਂ ਦੀ ਸੇਵਾ ਵਾਸਤੇ ਦਿੱਤੀ ਸੀ ਕਿ ਇੱਥੇ ਕੋਈ ਸੇਵਾ ਨਾ ਦੀ। ਤਾਂ ਜਦੋਂ ਦੇ ਮਹਾਰਾਜ ਨੇ ਇਹਨਾਂ ਨੇ ਸੰਭਾਲੀ ਹੈ, ਉਸ ਟਾਈਮ ਦਾ ਥੋੜਾ ਸੁਧਾਰ ਹੈ। ਨਹੀਂ ਪਹਿਲਾਂ ਤਾਂ ਇੱਕ ਕਿਸਮ ਦਾ ਬੁੱਚੜਖਾਨਾ ਬਣ ਚੁੱਕਿਆ ਤਾਂ ਉਸ ਸਮੇਂ ਦਾ ਬੁੱਚੜਖਾਨਾ। ਇੱਥੇ ਰੂਟੀਨ ਦੀਆਂ 20-20, 25-25 ਗਾਵਾਂ ਦਿਨ ਦੀਆਂ ਮਰਦੀਆਂ ਦੀਆਂ, ਔਰ ਜਿੰਦੀਆਂ ਗਾਵਾਂ ਦੇ ਇੱਥੇ ਅੱਖਾਂ ਨੋਚ ਲੀਆਂ ਗਾਵਾਂ ਨੇ। ਬਿਲਕੁਲ ਅਸੀਂ ਤਾਂ ਜਿਹੜੀ ਸਰਕਾਰ ਹੈ ਇਹਨੂੰ ਬੇਨਤੀ ਵੀ ਕਰਦੇ ਹਾਂ, ਔਰ ਕਹਿੰਦੇ ਆ ਕਿ ਸਾਡੇ ਲੀਜ਼ ਦੇ ਜਿਹੜੇ ਪੈਸੇ ਹੈਗੇ ਅਸੀਂ ਟਾਈਮ ਦਿੰਦੇ, ਉਹਨਾਂ ਨੂੰ 15 ਦਿਨ ਦਾ ਟਾਈਮ ਦਿੰਦੇ ਆ, ਸਾਡੇ ਲੀਜ਼ ਦੇ ਪੈਸੇ ਪਿੰਡ ਨੂੰ ਦੇ ਦਿਓ, ਨਹੀਂ ਤਾਂ ਇਹਨਾਂ ਗਾਵਾਂ ਨੂੰ ਅਸੀਂ ਆਜ਼ਾਦ ਕਰਾਂਗੇ ਇੱਥੋਂ ਤੋਂ, ਸਾਨੂੰ ਲੀਜ਼ ਦੇ ਪੈਸੇ ਦਿੱਤੇ ਜਾਣ ਜੀ। ਕਈ ਵਾਰੀ ਇਹ ਕੰਮ ਹੋ ਚੁੱਕਿਆ ਹੈ, ਜਿਹੜੇ ਅਫਸਰ ਆਉਂਦੇ ਆ ਹੱਲਾ ਜਿਹੜੀ ਜਗ੍ਹਾ ਚੱਲ ਜਾਂਦੇ, ਕੋਈ ਅਫਸਰ ਸਟੈਪ ਨਹੀਂ ਚੱਕਦਾ। ਪਤਾ ਨਹੀਂ ਗੌਰਮੈਂਟ ਪੈਸੇ ਖਾ ਰਹੀ, ਦੇ ਨਹੀਂ ਰਹੀ, ਪਤਾ ਅਫਸਰ ਖਾ ਰਹੇ, ਇਹ ਪਤਾ ਨਹੀਂ ਭੂਆ ਜਾਣਾ। ਤਾਂ ਗਊ ਹੱਤਿਆ ਹੋ ਰਹੀ, ਕਿੰਨੀ ਜ਼ਿਆਦਾ ਗਊ ਹੱਤਿਆ ਹੋ ਰਹੀ, ਬਹੁਤ ਗਊ ਹੱਤਿਆ ਹੋ ਰਹੀ। ਅੱਜ ਵੀ ਕੁੱਤਿਆਂ ਨੇ 4-5 ਗਾਈਆਂ ਖਾ ਲਈਆਂ। ਦੱਸੇ ਜਾ ਰਹੇ ਗਾਈ ਗੱਭਣ ਦੀ ਸੱਚ ਗੱਲ ਹੈ। ਹਾਂਜੀ ਹਾਂਜੀ, ਦੇਖ ਕੇ ਗਏ ਆ, ਡੀਸੀ ਆ ਗਿਆ ਜੀ, ਅੱਜ ਫਲਾਨਾ ਆ ਗਿਆ, ਧਮਕੜਾ ਆ ਗਿਆ। ਕਿਸੇ ਨੇ ਵੀ ਹੁਣ ਤੱਕ ਕੋਈ ਵੀ ਸਾਡੇ ਸਾਹਮਣੇ ਤਾਂ ਇਹੀ ਹੈ ਵੀ ਝੂਠੀਆਂ ਹੀ ਤਸੱਲੀਆਂ ਆਏ। ਹੁਣ ਤੱਕ ਕਿਸੇ ਨਾਲ ਕੁਛ ਨਹੀਂ ਆ। ਕਿੰਨੀਆਂ ਗਊਆਂ ਆਏ, 6-7 ਗਊਆਂ ਆਏ, ਕਿੱਦਾਂ ਖਾਧੀਆਂ ਪਈਆਂ ਕੁੱਤਿਆਂ ਨਾਲ। ਸੇਵਾ ਵਾਲਿਆਂ ਨੇ ਵੀ ਕਿੰਨਾ ਕੁ ਕਰਨਾ ਹੈ। ਜਿਹੜੇ ਇੱਥੇ ਮਾੜੇ ਮੋਟਾ ਲੱਗੇ ਵੇ ਵਿਚਾਰੇ ਕਰਦੇ ਆ, ਰੱਖੇ ਵੇ ਮਹਾਰਾਜ ਨਾ ਆਪਣੇ, ਉਹਨਾਂ ਨੂੰ ਕੁਛ ਮਾੜਾ ਮੋਟਾ ਪਾਈ ਜਾਵੇ ਉਹਨਾਂ ਦੇ, ਹੋਰ ਨਹੀਂ ਨਰੇਗਾ ਥਰੂ ਇਹ ਪਾਈ ਜਾਣ। ਇੰਨੇ ਕੁ ਜੋਗੀ ਵੀ ਸਰਕਾਰ ਮਰ ਗਈ। ਦੇ ਸੰਬੰਧ ਦੇ ਬਾਰੇ ਜੋ ਇੰਨਾ ਧੱਕਾ ਹੋ ਰਿਹਾ ਗਊਆਂ ਦੇ ਉੱਪਰ, पहले तो मैं आपका धन्यवाद करता हूं कि आपने इतनी संवेदनशील खबर को मीडिया के माध्यम से तक पहुंचाया है। देखिए, ये जो मसला है बड़ा संवेदनशील है, चाहे आप इसको धार्मिक स्तर पर देखें, सनातन में गौ माता का कितना बड़ा दर्जा है। इस गौशाला की विडंबना ये है कि जिस दिन से स्वामी अनमोलकानंद जी ने संभाला है उसको, उससे पहले भी ये बुचड़खाना था, लेकिन उन्होंने अपने प्रयासों से, आप देख रहे हैं कि ये सारा तकरीबन काम उनका किया हुआ है। अपने पल्ले से उन्होंने तकरीबन 1.5 करोड़ रुपये हमारे सामने लगाया हुआ है, जिसमें से प्रशासन का 20 लाख या 26 लाख रुपए हमारे पास आया है। अब आप ये देखिए कि प्रशासन एक बार पैसा दे करके फिर हमारी कोई सार लेता नहीं है। बार बार डीसी साहिबान भी आते हैं, एडीसी साहब भी आते हैं, सारे जो भी और अन्य नेता लोग हैं वो आते हैं, लेकिन यहाँ पे कोई जो है प्रमाणिक धरातल के स्तर पे, ग्राउंड स्तर पे कोई हल हुआ नहीं है। अभी 14 लाख समथिंग की ग्रांट हमारे पास BDO साहब के पास आई हुई है। पिछले 15-20 दिन से हम लोग ये कह रहे हैं कि वो उन्होंने आके यहाँ पे वादा भी किया कि जाल लगवा दिया जाएगा, लेकिन अब देखते हैं कि रिसेंटली आपने देखा है कि 3-4 गायें जो हैं उस दौरान कुत्तों ने खा के जख्मी कर दी हैं, 2 गायों की मौत भी हो गई है। तो ये तो बड़ी विडंबना वाला सवाल है, और हम बार बार ये कहते हैं, ये जानना चाहते हैं कि हमारे लिए जो काऊ सेस कटता है, गाय सेस के नाम पे जो टैक्स काटते हैं, वो कहाँ जाता है। लेकिन ये सिर्फ ढाक के 3 बात वाली बात है, प्रशासन के कान पे जू नहीं रेंगती है। गाँव के लोग और हम समाज सेवी जो लोग हैं वो त्रस्त हो चुके हैं। महाराज जी भी आखिर एक संत हैं, वो कब तक ये करेंगे। सरकार का काम कोई संत नहीं कर सकता, क्योंकि हमारे पास साधन सीमित होते हैं। जो मानवता के आधार पर महाराज जी कर रहे हैं, पिछले 3 सालों से वो कर रहे हैं। लेकिन अब हम ये कहते हैं कि हमारे हाथ अब खड़े हो चुके हैं। हमने पहले भी एक अल्टीमेटम दिया था, लेकिन शायद प्रशासन ने उसको हल्के तौर पे लिया, या महाराज जी से आकर के बैठ के बात करके, हाथ जोड़ के, मान मनोबल करके उनको मना लिया था। लेकिन अब आप देख रहे हैं कि जनता में कितना भयानक रोष है। अब हम इस चीज़ को बहुत ज़्यादा सहन नहीं कर पाएंगे। बहुत हमारे सब्र का बांध अब टूट रहा है। अब या तो हम सलाह करके गांव वाले और इलाका वासी हम ये करेंगे, इन गायों को आज़ाद कर देंगे, क्योंकि यहाँ वैसे ही भूखी मरने वाली हैं बेचारी है। बुचड़खाना तो बना ही हुआ है, तो हम बहुत जल्दी इसका बड़ा संघर्ष देंगे।
प्रॉपरली हम छुप के कोई काम नहीं करेंगे, छाती ठोक करके हम प्रशासन को डेट देंगे, चाहे हमें ये गाय डीसी दफ्तर में जा करके बांधनी पड़े, चाहे सड़क पर छोड़नी पड़े, या प्रशासन आके संभाल ले, हमारा पैसा हमारे को दे दे। जो आप कहते हो, आप ये जानिए कि आज के ज़माने में डीसी साहब कहते हैं कि 30 रुपये पर गाय का एक दिन का देंगे, क्या ये संभव लगता है आपको? और उनकी डेयरी बोर्ड की ही जो रिपोर्ट है सरकार, भारत सरकार की, वो क्या कहती है आप उसको देखें। हम आंकड़ों के चक्कर में नहीं पड़ना चाहते, लेकिन आप सामान्य तौर पे देखें, क्या 30 रुपये से एक गाय का गुजारा हो सकता है? अगर अब ये नहीं हुआ, सब्र का बांध टूट चुका है। अगर आप ज़्यादा हमारा सब्र आजमाना चाहेंगे, हम गाय सारी छोड़ देंगे, या तो सड़कों पे छोड़ देंगे, या फिर आप आकर के संभाल लें। ये हमारे लिए अंतिम न्याय है, अंतिम चेतावनी है प्रशासन को। हम लोग बहुत दुखी हो चुके हैं इससे। जी क्या देख के ਇੱਥੇ ਆ ਗਏ ਫਿਰ ਜੀ? ਇੱਥੇ ਮਤਲਬ ਜਿਹੜੇ ਹੈਗੇ ਆ ਬਾੜ ਥੈਂ ਥੈਂ ਤੇ ਮਤਲਬ 2-4 ਜਗ੍ਹਾ ਤੇ ਮੈਂ ਦੇਖਿਆ ਉੱਥੇ ਟੁੱਟੀ ਹੋਈ ਹੈ, ਕੁੱਤੇ ਲੰਘਦੇ ਆ ਵਿੱਚੋਂ। ਕੁੱਤੇ ਤਾਂ ਜੀ 1 ਮਹੀਨਾ ਹੋ ਗਿਆ ਇੱਥੋਂ ਲੰਘ ਰਹੇ, ਦੱਸਿਆ ਜਾ ਰਿਹਾ ਤੁਸੀਂ ਅੱਜ ਜਾ ਰਹੇ ਹੋ ਉੱਥੇ ਦੌਰਾ ਕਰਨ। ਸਾਨੂੰ ਅੱਜੇ ਹੀ ਫੋਨ ਗਿਆ ਜੀ, ਅੱਜੇ ਹੀ ਨਹੀਂ ਮਤਲਬ 20 ਦਿਨ ਪਹਿਲਾਂ ਵੀਡੀਓ ਸਾਹਿਬ ਇੱਥੇ ਦੌਰਾ ਕਰ ਗਈ ਸੀ, ਉਧਰੋਂ ਨਹੀਂ ਕਿਹਾ ਤਾਂ ਦੂਏ ਦਿਨ ਕੰਮ ਸ਼ੁਰੂ ਹੋ ਜਾਊਗਾ। ਉਹ ਤੇ ਬਾਰੇ ਤਾਂ ਮੈਨੂੰ ਨੌਲੇਜ ਨਹੀਂ, ਉਹ ਤਾਂ ਤੁਸੀਂ ਵੀਡੀਓ ਸਾਹਿਬ ਦੇ ਪੁੱਛ ਸਕਦੇ। ਤੁਸੀਂ ਵੀ ਕਿਸ ਸੰਬੰਧ ਵਿੱਚ ਇੱਥੇ ਆਏ ਹੋ ਅੱਜ? ਮੈਨੂੰ ਵੀਡੀਓ ਸਾਹਿਬ ਦੇ ਹੁਕਮ ਹੋਏ ਸੀ ਠੀਕ ਹੈ, ਵੀ ਜਾ ਕੇ ਉੱਥੇ ਮੌਕਾ ਦੇਖੋ। ਤੁਸੀਂ ਲਾਈਵ ਫੋਨ ਲਾਓ ਆਪਣੇ ਫੋਨ ਤੋਂ ਵੀਡੀਓ ਸਾਹਿਬ ਨੂੰ। ਮੈਂ ਫੋਨ ਮਤਲਬ ਜਿਹੜਾ ਹੈਗਾ ਉਹ ਕਿਸੇ ਜ਼ਰੂਰੀ ਮੀਟਿੰਗ 'ਤੇ ਗਏ ਹੋਏ ਆ, ਤਾਂ ਫੋਨ ਹੁਣ ਉਹਨਾਂ ਨੇ ਮੇਰੇ ਚੱਕਣਾ ਨਹੀਂ। ਪ੍ਰਸ਼ਾਸਨ ਧਿਆਨ ਕਾਹਤੋਂ ਨਹੀਂ ਦੇ ਰਿਹਾ ਜੀ ਇਸ ਵੱਲ? ਇਹ ਤਾਂ ਤੁਸੀਂ ਸਿੱਧੀ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਜੀ। ਨਹੀਂ, ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈ ਜੀ? ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ, ਅਸੀਂ ਪ੍ਰਸ਼ਾਸਨ ਦੇ ਮਤਲਬ ਬੇਸ਼ੱਕ ਪ੍ਰਸ਼ਾਸਨ ਦੇ ਅਧਿਕਾਰੀ ਹੈ, ਪਰ ਹੁਣ ਜੋ ਪ੍ਰਸ਼ਾਸਨ ਉੱਚ ਅਧਿਕਾਰੀਆਂ ਨੇ ਫੈਸਲਾ ਲੈਣਾ ਉਹ ਤਾਂ ਉਹਨਾਂ ਨੇ ਹੀ ਲੈਣੇ ਆ। ਨਹੀਂ, ਪੰਚਾਇਤ ਅਫਸਰ ਹੋਣ ਦੇ ਬਾਅਦ ਤੁਹਾਡਾ ਕੋਈ ਉਹ ਨਹੀਂ ਹੈ? ਨਹੀਂ ਇੱਥੇ ਕੁੱਤਿਆਂ ਨੇ ਇਹ ਕਿੰਨੀ ਤਾਂ ਵਾਰ ਦੇਖੋ ਦੱਸਿਆ ਤੁਸੀਂ ਕੀਤੀ। ਮਤਲਬ ਉੱਚ ਅਧਿਕਾਰੀਆਂ ਨਾਲ ਗੱਲ ਕਰ ਸਕਦੇ, ਉੱਚ ਅਧਿਕਾਰੀਆਂ ਨਾਲ ਤੁਸੀਂ ਗੱਲ ਇੱਕ ਵਾਰ ਕਰ ਲਾਈਵ ਥੋੜਾ ਫੋਨ ਲਾਈਵ ਲਾ ਕੇ ਦੇਖੋ ਫੋਨ ਵੀਡੀਓ ਸਾਹਿਬ ਨੂੰ। ਤੁਸੀਂ ਲਾਈਵ ਹੋ ਇਸ ਟਾਈਮ, ਲਾਓ ਫੋਨ। ਇੱਕ ਵਾਰ ਨੰਬਰ ਚੈੱਕ ਕਰਾ ਦਿਓ ਫਲੈਸ਼। ਬਿਜੀ ਹੈ ਜੀ। ਤੁਸੀਂ ਆ ਟੁੱਟੇ ਪਏ ਹੋਣ ਕਰਕੇ ਮਤਲਬ ਜਿਹੜੇ ਹੈਗੇ ਕੁੱਤੇ ਵੱਢਦੇ ਆ। ਹੁਣ ਅਗਲੀ ਕਾਰਵਾਈ ਕੀ ਹੈ ਜੀ ਤੁਹਾਡੀ? ਅਗਲੀ ਕਾਰਵਾਈ ਅਸੀਂ ਸਾਨੂੰ ਰਿਪੋਰਟ ਕਰਨ ਵਾਸਤੇ ਭੇਜਿਆ ਵੀ ਉੱਥੇ ਦੇਖੋ ਜਾ ਕੇ ਵੀ ਕੀ ਮਤਲਬ ਇਹਦੀ ਵਾਕਈ ਕੋਈ ਦਿੱਕਤ ਹੈਗੀ ਹੈ, ਉਹ ਅਸੀਂ ਜਾ ਕੇ ਰਿਪੋਰਟ ਕਰ ਤੁਹਾਨੂੰ ਦੇਣੀ ਹੈ। ਵੀਡੀਓ ਸਾਹਿਬ ਵੱਲੋਂ ਭੇਜਿਆ ਗਿਆ? ਮੈਨੂੰ ਵੀਡੀਓ ਸਾਹਿਬ ਵੱਲੋਂ ਵੀਡੀਓ ਸਾਹਿਬ ਤੋਂ 20 ਦਿਨ ਪਹਿਲਾਂ ਵੀ ਚੀਜ਼ ਪਤਾ ਸੀ, ਅੱਜ ਫੇਰ ਕਿਸ ਚੀਜ਼ ਬਾਰੇ ਤੁਹਾਨੂੰ ਭੇਜ ਰਹੇ ਹੋ? ਉਹਨਾਂ ਦੇ ਧਿਆਨ 'ਚ ਤਾਂ ਅਸੀਂ ਪਹਿਲੀ ਗੱਲ ਲੈਂਦੀ ਉਹਦੀ ਲਾਈਵ ਸਾਡੇ ਕੋਲ ਪਤਾ ਨਿਊਜ਼ ਨਹੀਂ ਪਈ ਹੈ ਪਹਿਲਾਂ ਦੀ। ਇਹ ਤਾਂ ਫਿਰ ਤੁਸੀਂ ਵੀਡੀਓ ਸਾਹਿਬ ਨਾਲ ਗੱਲ ਕਰ ਲਓ। ਉਹ ਤਾਂ ਫੋਨ ਹੀ ਚੱਕ ਰਹੇ ਫਿਰ। ਮੈਨੂੰ ਹੁਣ ਫਿਰ ਫੋਨ ਮੈਂ ਤੁਹਾਨੂੰ ਦੱਸ ਦਿੱਤਾ ਪਹਿਲਾਂ ਹੀ, ਮੈਂ ਤੁਹਾਡੇ ਨਾਲ ਪਹਿਲਾਂ ਹੀ ਇਹ ਗੱਲ ਕਰ ਚੁੱਕਿਆ ਹਾਂ ਕਿ ਮੈਨੂੰ ਵੀਡੀਓ ਸਾਹਿਬ ਦੇ ਹੁਣ ਹੁਕਮ ਹੋਏ ਆ, ਮੈਂ ਹੁਣੇ ਹਾਜ਼ਰ ਹੋ ਗਿਆ। ਜੋ ਮੌਕੇ ਦਾ ਸਟੇਟਸ ਹੈਗਾ ਮੈਂ ਦੇਖ ਲਿਆ, ਉਹ ਮੈਂ